ਮੈਂ ਤੋ ਸਰਨਾਏ ਜੀਓ। ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸੁਕਾਓ ਹੋਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ, ਔਰ ਕਿਆ ਜਾਣੈ ਕੋਇ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ। ਝੂਠਾ ਕਿਸ ਕੋ ਆਖੀਏ ਸਾਹਾ, ਦੂਜਾ ਨਹੀਂ ਕੋਏ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠਦਿਆਂ ਹੋਇਆ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਨ ਕਰਕੇ ਮਿਲਿਆ ਹੋਇਆ ਇਹ ਆਪਣੇ ਮਨੁੱਖਾ ਜਨਮ ਦਾ ਜੋ ਸਮਾਂ ਹੈ, ਉਸ ਨੂੰ ਗੁਰੂ ਕਿਰਪਾ ਨਾਲ, ਗੁਰੂ ਰਹਿਮਤ ਨਾਲ ਸਫਲਾ ਬਣਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰ ਰਹੇ। ਇਸ ਵੇਲੇ ਆਪਾਂ ਹਰ ਰੋਜ਼ ਸਤਿਗੁਰਾਂ ਦੀ ਜੋ ਅਗੰਮੀ ਬਾਣੀ ਦੀ ਵਿਚਾਰ ਹੈ, ਤੇ ਇਸ ਨੂੰ ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਸਰਵਨ ਕਰਕੇ ਸੋ ਆਪਣੇ ਇਸ ਸਮੇਂ ਨੂੰ, ਸਵਾਸਾਂ ਨੂੰ ਸਫਲਾ ਬਣਾ ਰਹੇ ਹਾਂ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾ ਕੇ ਸਤਿਗੁਰਾਂ ਦੀ ਜੋ ਪਵਿੱਤਰ ਬਾਣੀ ਹੈ, ਇਸ ਦੀ ਕਥਾ ਵਿਚਾਰ ਨੂੰ ਸਰਵਨ ਕਰਕੇ ਲਾਹੇ ਪ੍ਰਾਪਤ ਕਰੀਏ। ਸੋ ਮਿਲ ਕਰਕੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਚੌਥਾ। ਤਨਾਸਰੀ ਰਾਗ ਦਾ ਇਹ ਆਪਾਂ ਸ਼ਬਦ ਜੋ ਹੈ, ਇਸ ਨੂੰ ਸਰਵਨ ਕਰਨ ਜਾ ਰਹੇ ਹਾਂ। ਇਹ ਸ਼ਬਦ ਸਾਹਿਬ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਨੇ ਸੋ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਸਤਿਗੁਰੂ ਜੀ 670 ਅੰਗ ਦੇ ਉੱਪਰ ਇਹ ਜੋ ਸ਼ਬਦ ਹੈ
ਉਹ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ। ਸੋ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਇਹ ਜੋ ਸ਼ਬਦ ਹੈ ਉਸ ਨੂੰ ਆਪਾਂ ਸਰਵਣ ਕਰ ਰਹੇ ਹਾਂ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਐ ਮੇਰੇ ਹਰੀ ਸ਼ਾਹ, ਹਰੀ ਪਰਮਾਤਮਾ ਤੂੰ ਸ਼ਾਹ ਹੈ। ਸ਼ਾਹ ਤੋਂ ਭਾਵ ਹੁੰਦਾ ਸ਼ਾਹੂਕਾਰ, ਮਾਲਕ। ਸ਼ਾਹ ਤੋਂ ਭਾਵ ਹੈ ਸ਼ਹਿਨਸ਼ਾਹ। ਸੋ ਇਹ ਹਰੀ ਤੁਸੀਂ ਮੇਰੇ ਸ਼ਹਿਨਸ਼ਾਹ ਹੋ। ਮੇਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਆਪ ਜੀ ਦੇ ਦਰਸ਼ਨ ਕਰਕੇ ਮੈਨੂੰ ਸੁਖ ਪ੍ਰਾਪਤ ਹੁੰਦਾ ਹੈ। ਆਪ ਜੀ ਦੇ ਦਰਸ਼ਨ ਐਸੇ ਨੇ ਜਿਨ੍ਹਾਂ ਨੇ ਨੇਤਰਾਂ ਦੇ ਨਾਲ ਕੀਤੇ, ਉਹਨਾਂ ਨੂੰ ਵੀ ਸੁਖ ਪ੍ਰਾਪਤ ਹੋਇਆ। ਜਿਵੇਂ ਆਪਾਂ ਬਚਨ ਪੜ੍ਹਦੇ ਆ ਨਾ, ਦੀਪਾਲਪੁਰ ਨਾਮ ਦੇ ਵਿੱਚ ਪਿੰਡ ਤੋਂ ਬਾਹਰ ਇੱਕ ਕੋਹੜੀ ਰਹਿੰਦਾ ਹੈ। ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਧਰਤੀ ਦਾ ਭ੍ਰਮਣ ਕਰਦਿਆਂ ਹੋਇਆਂ, ਜੀਵਾਂ ਨੂੰ ਉਤਾਰਦਿਆਂ ਹੋਇਆਂ ਪਾਤਸ਼ਾਹ ਜੀ ਨਗਰ ਦੇ ਬਾਹਰ ਜਾ ਕੇ ਬੈਠੇ। ਇਸ ਕੋਹੜੀ ਨੇ, ਪਿੰਗਲੇ ਨੇ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ ਨਾ, ਦਰਸ਼ਨ ਕਰਦਿਆਂ ਹੀ ਜਿਹੜੀ ਪੀੜ ਦਰਦ ਹੋ ਰਹੀ ਸੀ ਨਾ ਆਪਣੇ ਰੋਗ ਦੀ, ਉਹ ਰੋਗ ਦੀ ਦਰਦ ਤੇ ਪੀੜਾ ਖਤਮ ਹੋ ਗਈ। ਐਸੇ ਦਰਸ਼ਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਾਹਮਣੇ ਬੈਠਾ ਮਹਾਰਾਜ ਨੂੰ ਡਿੱਠਦਾ ਰਿਹਾ, ਵੇਖਦਾ ਰਿਹਾ। ਤੇ ਜਦੋਂ ਸੂਰਜ ਅਸਤ ਹੋਇਆ, ਗੁਰਮੁਖੋ ਥੋੜ੍ਹਾ ਹਨੇਰਾ ਹੋ ਗਿਆ ਤੇ ਮਹਾਰਾਜ ਦੂਰ ਸਨ ਤੇ ਦਰਸ਼ਨ ਹੋਣੋਂ ਬੰਦ ਹੋ ਗਏ। ਫਿਰ ਦਰਦ ਦੇ ਨਾਲ ਵਿਲਾਪਦਾ ਹੈ, ਵਿਰਲਾਪ ਕਰਦਾ, ਦੁਖੀ ਹੁੰਦਾ। ਮਹਾਰਾਜ ਦੇ ਕੋਲ ਆ ਕੇ ਬੇਨਤੀ ਕਰਦਾ, ਸਤਿਗੁਰੂ ਜਿੰਨਾ ਚਿਰ ਤੁਹਾਡੇ ਦਰਸ਼ਨ ਹੋਏ, ਆਰਾਮ ਮਿਲਿਆ, ਆਪ ਜੀ ਕਿਰਪਾ ਕਰੋ। ਮਹਾਰਾਜ ਜੀਆਂ ਨੇ ਉੱਥੇ ਫਿਰ ਬਚਨ ਬਖਸ਼ਿਸ਼ ਕੀਤੇ। ਕਹਿਣ ਲੱਗੇ, ਜੀਓ ਤਪਤ ਹੈ ਬਾਰੋ ਬਾਰ, ਤਾਪ ਤਾਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ। ਪੱਕਾ ਰੋਗੀ ਕੋਹੜੀ ਨੂੰ ਹੀ ਕਿਹਾ ਜਾਂਦਾ ਹੈ। ਜਿਵੇਂ ਇਹ ਕੋਹੜ ਦੇ ਰੋਗ ਵਾਲਾ ਬਿੱਲ ਲਾਏ ਵਰਲਾਪ ਕਰਦਾ ਹੈ ਨਾ, ਕੋਹੜ ਹੋਣ ਕਰਕੇ ਜਿਨ੍ਹਾਂ ਦੇ ਤਨ ਵਿੱਚੋਂ ਮਨ ਵਿੱਚੋਂ ਬਾਣੀ ਵਿਸਰ ਜਾਂਦੀ ਹੈ, ਉਹਨਾਂ ਦੀ ਹਾਲਤ ਵੀ ਕੁਝ ਐਸੀ ਹੋ ਜਾਂਦੀ ਹੈ। ਹਰ ਵੇਲੇ ਉਹ ਰੋਂਦੇ ਹੀ ਦੁਨੀਆ ਨੂੰ ਦਿਖਾਈ ਦਿੰਦੇ, ਦੁਖੀ ਹੁੰਦੇ ਦੁਨੀਆ ਨੂੰ ਦਿਖਾਈ ਦਿੰਦੇ। ਸੋ ਐਸੇ ਮਹਾਰਾਜ ਦੇ ਦਰਸ਼ਨ ਨੇ। ਸਤਿਗੁਰਾਂ ਨੇ ਉਹ ਸ਼ਬਦ ਬਖਸ਼ਿਸ਼ ਕਰਕੇ ਉਸ ਕੋਹੜੀ ਪਿੰਗਲੇ ਦਾ ਉਧਾਰ ਕੀਤਾ। ਇੱਥੇ ਬਚਨ ਆ ਗਿਆ, ਸਤਿਗੁਰੂ ਜੀ ਤੁਹਾਡੇ ਦਰਸ਼ਨ ਜਿਹੜੇ ਨੇ ਨਾ, ਉਹ ਤੁਹਾਡਿਆਂ ਸਿੱਖਾਂ ਨੂੰ ਸੁੱਖ ਦੇਣ ਵਾਲੇ। ਪ੍ਰੇਮੇ ਨਾਮ ਦਾ ਇੱਕ ਕੋਹੜੀ ਹੈ ਨਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਸਿਫਤ ਸੁਣ ਕੇ ਵਿਚਾਰਾ ਕਿਸੇ ਸੜਕ 'ਤੇ ਚੌਂਕ 'ਤੇ ਬੈਠਾ ਰਹਿੰਦਾ, ਮੰਗਦਾ ਰਹਿੰਦਾ। ਜਦੋਂ ਇਹਨੇ ਮਹਾਰਾਜ ਦੀ ਸਿਫਤ ਸੁਣੀ ਤੇ ਚੱਲ ਕੇ ਗੋਇੰਦਵਾਲ ਆ ਗਿਆ। ਜੇ ਸਤ ਸੰਗਤ ਵਿੱਚ ਦਰਬਾਰ ਵਿੱਚ ਬੈਠ ਕੇ ਗੁਰੂ ਅਮਰਦਾਸ ਪਾਤਸ਼ਾਹ ਦਰਸ਼ਨ ਦਿੰਦੇ, ਇਹ ਉਸ ਦਰਬਾਰ ਦੇ ਬਾਰ ਚੌਖਟ 'ਤੇ ਇੱਕ ਪਾਸੇ ਆ ਕੇ ਬੈਠਾ। ਸਿੱਖ ਕੋਲ ਦੀ ਲੰਘਦੇ, ਸੰਗਤਾਂ ਕੋਲ ਦੀ ਲੰਘਦੀਆਂ, ਇਹਦੇ ਕੋਲੋਂ ਬਦਬੂ ਆਉਂਦੀ ਹੈ, ਮੁਸ਼ਕ ਆਉਂਦੀ ਹੈ, ਮੱਖੀਆਂ ਦੇ ਉੱਪਰ ਭਿੰਨ ਭਿਨਾਉਂਦੀਆਂ। ਬੜਾ ਗੰਦਾ ਤੇ ਮਾੜਾ ਸਰੀਰ ਹੈ, ਬੜਾ ਭਿਆਨਕ ਕੋਹੜ ਦਾ ਰੋਗ, ਪਾਗ ਤੇ ਲਹੂ ਸਰੀਰ ਵਿੱਚੋਂ ਵਗਦਾ ਹੈ, ਕੱਪੜੇ ਗੰਦੇ ਹੋਏ ਪਏ। ਸਿੱਖਾਂ ਨੂੰ ਗਿਲਾਨ ਆਈ ਹੈ, ਨਫ਼ਰਤ ਆਈ ਹੈ, ਚੁੱਕ ਕੇ ਦੂਰ ਸੁੱਟ ਆਂਦਾ, ਪਰੇ ਕਰ ਆਂਦਾ। ਕੋਈ ਝਿੜਕਾਂ ਵੀ ਦਿੱਤੀਆਂ। ਕੁਝ ਸਮਾਂ ਦੂਰ ਬੈਠਾ ਰਿਹਾ, ਫਿਰ ਚੱਲ ਕੇ ਉੱਥੇ ਆ ਕੇ ਪਹੁੰਚ ਗਿਆ ਦਰਵਾਜ਼ੇ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਦਾ, ਰੋਗ ਤੋਂ ਮੁਕਤੀ ਮਿਲਦੀ ਹੈ, ਸੁੱਖ ਮਿਲ ਜਾਂਦਾ। ਫਿਰ ਉਸ ਨੂੰ ਦੂਰ ਛੱਡਿਆ ਜਾਂਦਾ, ਫਿਰ ਨੇੜੇ ਆਉਂਦਾ। ਕਈ ਵਾਰੀ ਇਹ ਪ੍ਰਕਿਰਿਆ ਚੱਲਦੀ ਰਹੀ। ਦੂਰ ਛੱਡ ਕੇ ਆਉਣਾ, ਫਿਰ ਨੇੜੇ ਆ ਜਾਣਾ, ਦਰਵਾਜ਼ੇ ਦੇ ਸਾਹਮਣੇ ਹੀ ਬੈਠ ਜਾਣਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਦ੍ਰਿਸ਼ਟੀ ਪਈ ਨਿਹਾਲ ਕਰਨ ਵਾਸਤੇ। ਸਤਿਗੁਰੂ ਕਹਿਣ ਲੱਗੇ, ਇਸ ਦਾ ਇਸ਼ਨਾਨ ਕਰਾਓ ਸਾਡੇ ਵਾਲੇ ਟੋਭੇ 'ਚ, ਜਿੱਥੇ ਅਸੀਂ ਇਸ਼ਨਾਨ ਕਰਦੇ ਨਾ, ਉੱਥੋਂ ਜਲ ਲੈ ਕੇ ਇਹਦਾ ਇਸ਼ਨਾਨ ਕਰਾਓ। ਬਸਤਰ ਪਵਾ ਕੇ ਮਹਾਰਾਜ ਨੇ ਐਸੀ ਕਿਰਪਾ ਕੀਤੀ, ਉਸ ਕੋਹੜੀ ਨੂੰ ਮਹਾਰਾਜ ਜੀ ਨੇ ਪ੍ਰੇਮਾ ਕਹਿ ਕੇ ਆਪਣਾ ਸੇਵਕ ਬਣਾ ਲਿਆ। ਐਸੀਆਂ ਬਖਸ਼ਿਸ਼ਾਂ ਕਰ ਦਿੱਤੀਆਂ, ਦੁੱਖ ਉਹਦੇ ਦੂਰ ਹੋ ਗਏ। ਮਹਾਰਾਜ ਕਹਿਣ ਲੱਗੇ, ਸਤਿਗੁਰੂ ਤੁਹਾਡੇ ਦਰਸ਼ਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਪ੍ਰਾਪਤ ਹੋਏ ਉਹਨਾਂ ਨੂੰ ਸੁੱਖ ਹੀ ਪ੍ਰਾਪਤ ਹੋਇਆ। ਉਹ ਸੁਖੀ ਹੋ ਜਾਂਦੇ ਤੁਹਾਡੇ ਦਰਸ਼ਨ ਕਰਕੇ। ਜਿਵੇਂ ਉਹ ਦੀਪਾਲਪੁਰ ਨਾਮ ਦੇ ਕੋਹੜੀ ਨੇ ਦਰਸ਼ਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕੀਤੇ, ਜਿਵੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਪ੍ਰੇਮੇ ਨੇ ਕੀਤੇ, ਇਸ ਤਰ੍ਹਾਂ ਦੇ ਜਿਹੜੇ ਦੁਖੀ ਵੀ ਨੇ ਨਾ, ਤਨ ਕਰਕੇ ਮਨ ਕਰਕੇ,
ਸਰੀਰ ਕਰਕੇ। ਕਹਿਣ ਲੱਗੇ ਵੀ ਉਹਨਾਂ ਨੂੰ ਵੀ ਆਪ ਜੀ ਦੇ ਦਰਸ਼ਨ ਜਦੋਂ ਪ੍ਰਾਪਤ ਹੁੰਦੇ ਉਹ ਸੁਖੀ ਹੋ ਜਾਂਦੇ, ਅਤੇ ਸਾਨੂੰ ਵੀ ਆਪ ਜੀ ਦੇ ਦਰਸ਼ਨ ਪ੍ਰਾਪਤ ਹੋ ਰਹੇ ਨੇ। ਮੈਂ ਹਰ ਦਰਸ਼ਨ ਆਪ ਜੀ ਦੇ ਦਰਸ਼ਨ ਕਰਕੇ ਮੈਂ ਸੁਖ ਹੋਏ, ਮੈਨੂੰ ਸੁਖ ਪ੍ਰਾਪਤ ਹੋ ਰਿਹਾ ਹੈ। ਹਮਰੀ ਬੇਦਨ ਤੋਂ ਜਾਣਤਾ ਸਾਹਾ। ਉਹਦਾ ਕਾਰਨ ਇਹ ਹੈ, ਇਹ ਸ਼ਾਹੂਕਾਰ, ਇਹ ਸੱਚੇ ਸ਼ਾਹ ਪਰਮਾਤਮਾ, ਮੇਰੀ ਜਿਹੜੀ ਬੇਦਨ ਪੀੜਾ ਹੈ ਨਾ ਕੇਵਲ ਤੂੰ ਹੀ ਜਾਣਦਾ ਹੈ। ਹੁਣ ਜਿਸ ਹਵੈਦ ਹਕੀਮ ਦੇ ਕੋਲ ਪੀੜਾ ਨੂੰ, ਦੁੱਖ ਨੂੰ ਜਾਣਨ ਦੀ ਜਾਣਕਾਰੀ ਹੋਵੇਗੀ ਤੇ ਦਵਾਈ ਵੀ ਤੇ ਉਹੀ ਦੇਵੇਗਾ। ਸਤਿਗੁਰੂ ਸਾਡੀ ਪੀੜਾ ਦੀ ਦਵਾਈ ਹੈ ਹੀ ਤੁਹਾਡੇ ਕੋਲ ਹੈ, ਤੁਹਾਡੇ ਬਿਨਾਂ ਦਵਾਈ ਕਿਸੇ ਕੋਲ ਹੈ ਹੀ ਨਹੀਂ। ਵੈਦ ਜੇ ਰੋਗ ਨੂੰ ਪਹਿਚਾਨ ਲਵੇ ਤੇ ਫਿਰ ਉਹਦੀ ਦਵਾਈ ਕਰਨੀ ਜਾਣਦਾ ਹੋਵੇ ਤੇ ਵੈਦ ਤਾਂ ਪੂਰਾ ਹੈ। ਜੇ ਵੈਦ ਨੂੰ ਰੋਗ ਦਾ ਨਹੀਂ ਨਾ ਪਤਾ ਲੱਗਾ ਤੇ ਦਵਾਈ ਭਾਵੇਂ ਉਹ ਜਾਣਦਾ ਹੈ ਪਰ ਉਹ ਇਲਾਜ ਨਹੀਂ ਕਰ ਪਾਏਗਾ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਵੈਦ ਨੂੰ ਰੋਗ ਦਾ ਤੇ ਪਤਾ ਲੱਗ ਗਿਆ ਪਰ ਉਹਨੂੰ ਦਵਾਈ ਦਾ ਨਹੀਂ ਪਤਾ ਵੀ ਕਿਹੜੀ ਦੇਣੀ ਹੈ, ਤਾਂ ਵੀ ਰੋਗ ਨਹੀਂ ਦੂਰ ਕਰੇਗਾ। ਵੈਦ ਨੂੰ ਦੋਨਾਂ ਗੱਲਾਂ ਦਾ ਗਿਆਨ ਹੋਣਾ ਚਾਹੀਦਾ। ਪਹਿਲਾਂ ਤੇ ਰੋਗ ਨੂੰ ਪਹਿਚਾਨਣ ਦੀ ਪਰਖ ਹੋਵੇ ਤੇ ਫਿਰ ਦਵਾਈ ਕਿਹੜੀ ਦੇਣੀ ਹੈ। ਜੇ ਦਵਾਈ ਜਾਣਦਾ ਰੋਗ ਨਹੀਂ ਜਾਣਦਾ ਗੱਲ ਨਹੀਂ ਬਣੇਗੀ। ਜੇ ਰੋਗ ਜਾਣਦਾ ਪਰ ਦਵਾਈ ਨਹੀਂ ਜਾਣਦਾ ਗੱਲ ਤਾਂ ਵੀ ਨਹੀਂ ਬਣੇਗੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਮਰੀ ਬੇਦਨ ਤੂੰ ਜਾਣਤਾ ਸਾਹਾ। ਪਰਮਾਤਮਾ ਤੂੰ ਸਾਡੀ ਬਿਮਾਰੀ ਜਾਣਦਾ ਹੈ, ਤੈਨੂੰ ਪਤਾ ਵੀ ਸਾਨੂੰ ਰੋਗ ਕੀ ਲੱਗਾ ਹੋਇਆ, ਅਤੇ ਇਹ ਰੋਗ ਦੀ ਦਵਾਈ ਜਿਹੜੀ ਉਹ ਵੀ ਤੇਰੇ ਕੋਲ ਹੀ ਹੈ, ਤੇਰੇ ਬਿਨਾ ਹੋਰ ਕਿਸੇ ਕੋਲ ਦਵਾਈ ਨਹੀਂ ਹੈ। ਔਰ ਕਿਆ ਜਾਣੇ ਕੋਏ, ਤੇਰੇ ਤੋਂ ਬਿਨਾ ਕੌਣ ਕੋਈ ਸਾਡਾ ਰੋਗ ਜਾਣ ਸਕਦਾ। ਦੁਨੀਆ ਨੂੰ ਤੇ ਅਸੀਂ ਚੰਗਾ ਬਣ ਕੇ ਵਿਖਾਉਂਦੇ ਨਾ ਵੀ ਮੈਂ ਸਤੀ ਹਾਂ, ਸੰਤੋਖੀ ਹਾਂ, ਜਪੀ ਹਾਂ, ਤਪੀ ਹਾਂ, ਪੁੰਨ ਕਰਮ ਕਰਨ ਵਾਲਾ, ਦਾਨ ਕਰਮ ਕਰਨ ਵਾਲਾ, ਭਲਾ ਕਰਨ ਵਾਲਾ। ਦੁਨੀਆ ਨੂੰ ਤੇ ਮੈਂ ਇਹ ਵਿਖਾਉਂਦਾ, ਪਰ ਮੇਰੇ ਅੰਦਰ ਕੀ ਹੈ ਇਹ ਕੇਵਲ ਤੂੰ ਹੀ ਜਾਣਦਾ ਹੈ। ਇਸ ਕਰਕੇ ਤੇਰੇ ਬਿਨਾ ਕੋਈ ਜਾਣ ਨਹੀਂ ਸਕਦਾ। ਤੂੰ ਐਸਾ ਵੈਦ ਹੈ ਜਿਹੜਾ ਦਵਾਈ ਕਰ ਸਕਦਾ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕੌਤਕ ਕਰਦਿਆਂ ਕਰਦਿਆਂ ਬਿਮਾਰ ਹੋ ਗਏ ਨਾ ਇੱਕ ਵਾਰੀ। ਬਿਮਾਰ ਨਹੀਂ ਹੋਏ, ਅਸਲ ਵਿੱਚ ਆਪਣੇ ਸੁਭਾਅ ਵਿੱਚ ਮਸਤ ਰਹਿਣ ਲੱਗ ਪਏ। ਮਾਤਾ ਪਿਤਾ ਨੂੰ ਫਿਕਰ ਪੈ ਗਿਆ ਵੀ ਸਾਡਾ ਪੁੱਤਰ ਬਿਮਾਰ ਹੋ ਗਿਆ। ਇੱਕੋ ਇੱਕ ਪੁੱਤਰ ਹੋਵੇ ਤੇ ਫਿਕਰ ਤੇ ਪੈ ਜਾਂਦਾ ਵੀ ਇਹ ਪਹਿਲਾਂ ਵਾਂਗੂ ਗੱਲਾਂ ਨਹੀਂ ਕਰਦਾ, ਪਹਿਲਾਂ ਵਾਂਗੂ ਖਾਣ ਪੀਣ ਦੀ ਰੁਚੀ ਨਹੀਂ ਰੱਖਦਾ। ਵੈਦ ਨੂੰ ਬੁਲਾਇਆ ਗਿਆ। ਵੈਦ ਆ ਗਿਆ ਦੌੜ ਕੇ, ਛੇਤੀ ਨਾਲ ਨਬਜ਼ਾਂ ਉਹਨੇ ਫੜੀਆਂ, ਬਾਂਹ ਨੂੰ ਫੜ ਫੜ ਕੇ ਨਬਜ਼ ਨੂੰ ਟੋਂਦਾ, ਰੋਗ ਲੱਭਣ ਦਾ ਯਤਨ ਕਰਦਾ ਪਿਆ। ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭੋਲਾ ਵੈਦ ਨਾ ਜਾਣੇ ਕਰਕ ਕਰੇ ਜੇ ਮਾਹੇ। ਤੂੰ ਸਰੀਰ ਦੀ ਬਿਮਾਰੀ ਲੱਭਦਾ ਪਿਆ ਵੀ ਇਹਨੂੰ ਪੀੜ ਹੋਵੇਗੀ, ਕੋਈ ਦੁੱਖ ਹੋਵੇਗਾ, ਕੋਈ ਦਰਦ ਹੋਵੇਗਾ, ਪਰ ਇਸ ਵਿਚਾਰੇ ਭੋਲੇ ਵੈਦ ਨੂੰ ਇਹ ਨਹੀਂ ਪਤਾ ਵੀ ਇਹ ਬਿਮਾਰੀ ਸਰੀਰ ਦੀ ਨਹੀਂ, ਤੇ ਕਲੇਜੇ ਨੂੰ ਲੱਗੀ ਹੋਈ ਹੈ। ਇਹ ਤੇ ਮਨ ਦੀ ਬਿਮਾਰੀ ਹੈ। ਸਾਡਾ ਤੇ ਮਨ ਦੀ, ਸਾਡੇ ਮਨ ਨੂੰ ਭੁੱਖ ਤੇ ਇਹ ਹੈ, ਸਾਚੇ ਨਾਮ ਕੀ ਲਾਗੈ ਭੂਖ। ਇਹ ਮਨ ਨੂੰ ਭੁੱਖ ਲੱਗੀ ਹੈ, ਪਰ ਵੈਦ ਵਿਚਾਰਾ ਉੱਥੋਂ ਤੱਕ ਨਹੀਂ ਨਾ ਪਹੁੰਚ ਸਕੇਗਾ। ਉਹ ਤੇ ਨਬਜ਼ ਫੜ ਕੇ ਸਰੀਰ ਦੀ ਬਿਮਾਰੀ ਦੇਖਦਾ ਪਿਆ। ਮਹਾਰਾਜ ਕਹਿਣ ਲੱਗੇ, ਹਮਰੀ ਬੇਦਨ ਤੂੰ ਜਾਣਤਾ ਸਾਹਾ। ਐ ਸ਼ਾਹੂਕਾਰ ਪਰਮਾਤਮਾ, ਤੂੰ ਹੈ ਸੱਚਾ ਸ਼ਾਹੂ, ਤੂੰ ਹੈ ਸੱਚਾ ਬਾਦਸ਼ਾਹ। ਮੇਰੀ ਬੇਦਨ ਨੂੰ, ਪੀੜਾ ਨੂੰ ਤੂੰ ਹੀ ਜਾਣਦਾ। ਤੇਰੇ ਬਿਨਾ ਕੋਈ ਦੂਜਾ ਜਾਣ ਹੀ ਨਹੀਂ ਸਕਦਾ। ਕਿਸੇ ਕੋਲ ਇੰਨਾ ਗਿਆਨ ਹੈ ਹੀ ਨਹੀਂ ਵੀ ਮੈਨੂੰ ਕੀ ਦੁੱਖ ਹੈ, ਕੀ ਪੀੜਾ ਹੈ। ਇਹ ਕੇਵਲ ਤੁਸੀਂ ਜਾਣਦੇ ਹੋ। ਰਹਾਓ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਐ ਹਰੀ ਸ਼ਾਹ, ਸੱਚ ਕਹੀਏ ਨਿਸ਼ਚੇ ਕਰਕੇ, ਭਰੋਸਾ ਕਰਕੇ, ਤੂੰ ਸੱਚੋ ਮੱਚੀ, ਸੱਚੋ ਮੁੱਚ ਤੂੰ ਹੀ ਸੱਚਾ ਹੈ, ਇਹ ਮੈਨੂੰ ਭਰੋਸਾ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਨਾ ਕਿਸੇ ਦੇ ਮੂੰਹ 'ਤੇ ਵੀ ਹਾਂ ਤੂੰ ਸੱਚਾ ਹੈ ਭਾਈ, ਠੀਕ ਹੈ, ਪਰ ਬਾਅਦ ਵਿੱਚ ਅਸੀਂ ਕਹਿੰਦੇ ਨਹੀਂ ਇਹ ਬੰਦਾ ਝੂਠ ਹੀ ਬੋਲਦਾ ਪਿਆ। ਜਾਂ ਆਪਾਂ ਇਹ ਵੀ ਕਹਿ ਦਿੰਦੇ ਵੀ ਹਾਂ ਹੋ ਸਕਦਾ ਇਹ ਸੱਚ ਬੋਲਦਾ ਹੋਵੇ, ਪਰ ਭਾਈ ਮੈਂ ਜ਼ਿੰਮੇਵਾਰੀ ਨਹੀਂ ਇਹਦੀ ਲੈਂਦਾ ਵੀ ਇਹ ਸੱਚ ਬੋਲਦਾ ਕਿ ਝੂਠ ਹੈ। ਪਰ ਇੱਥੇ ਬਚਨ ਆ ਗਿਆ ਸੱਚ ਤੋਂ ਭਾਵ ਨਿਸ਼ਚਾ ਹੋਣਾ ਵੀ ਹਾਂ ਬਿਲਕੁਲ ਇਹ ਬਚਨ ਸੱਚਾ ਹੀ ਹੈ, ਇਹਦੇ ਵਿੱਚ ਰਾਈ ਜਿੰਨਾ ਵੀ ਝੂਠ ਨਹੀਂ ਹੈ। ਸਤਿਗੁਰੂ ਕਹਿਣ ਲੱਗੇ, ਮੇਰੇ ਸਾਹਾ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਐ ਮੇਰੇ ਹਰੀ ਸ਼ਾਹ, ਤੂੰ ਨਿਸ਼ਚਾ ਹੈ ਮੇਰੇ ਮਨ ਦੇ ਵਿੱਚ ਵੀ ਤੂੰ ਸੱਚੋ ਮੁੱਚ ਵਾਕਿਆ ਹੀ ਸੱਚਾ ਹੈ,
ਤੇਰੇ ਵਿੱਚ ਰਾਈ ਜਿੰਨਾ ਵੀ ਕੋਈ ਝੂਠ ਨਹੀਂ ਹੈ। ਤੇਰਾ ਕੀਆ ਸੱਚ ਸਭ ਜੋ ਹੋਏ। ਤੂੰ ਕਰਦਾ ਪਿਆ ਉਹ ਹੈ ਵੀ ਸਭ ਕੁਝ ਸੱਚ, ਔਰ ਜੋ ਤੂੰ ਕਰਦਾ ਹੋਣਾ ਵੀ ਉਹੀ ਹੈ। ਜੋ ਤੁਸੀਂ ਕਰਨਾ ਹੈ ਹੋਣਾ ਉਹ ਹੈ, ਔਰ ਜੋ ਤੁਸੀਂ ਕਰਨਾ ਉਹ ਹੈ ਵੀ ਸੱਚ, ਉਹਦੇ ਵਿੱਚ ਝੂਠ ਕੋਈ ਨਹੀਂ ਹੈ। ਬਚਨ ਆਪਾਂ ਪੜ੍ਹਦੇ ਪਏ ਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ, ਗੁਰੂ ਨਾਨਕ ਦੇ ਪਾਤਸ਼ਾਹ ਦੀ ਆਪਾਂ ਸਾਖੀ ਸਰਵਣ ਕਰਦੇ। ਕਈ ਵਾਰੀ ਇਹ ਬਚਨ ਆਪਾਂ ਸਰਵਣ ਕਰ ਲਿਆ, ਕੇਵਲ ਟੂਕ ਮਾਤਰ ਇੱਥੇ ਆਪਾਂ ਇਸ਼ਾਰਾ ਦੇਵਾਂਗੇ। ਸਿੱਖਾਂ ਨੂੰ ਪੁੱਛਿਆ ਜਾਓ ਜਾ ਕੇ ਵੇਖ ਕੇ ਆਓ ਰਾਤ ਕਿੰਨੀ ਬਤੀਤ ਹੋਈ ਹੈ। ਕੋਈ ਆਖਦਾ 1.5 ਪੈਰ ਲੰਘ ਗਈ ਹੈ, ਕੋਈ ਆਖਦਾ 2 ਪੈਰ ਲੰਘ ਗਈ ਹੈ, ਕੋਈ ਆਖਦਾ ਇੰਨੀਆਂ ਘੜੀਆਂ ਲੰਘ ਗਈ ਹੈ। ਤੇ ਭਾਈ ਲਹਿਣਾ ਸਾਹਿਬ ਨੂੰ ਹੁਕਮ ਹੋਇਆ ਤੇ ਉਹਨਾਂ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਜਿੰਨੀ ਤੁਸੀਂ ਲੰਘਾਈ ਉਨੀ ਲੰਘ ਗਈ ਹੈ, ਜਿੰਨੀ ਰੱਖੀ ਉਨੀ ਬਾਕੀ ਹੈ ਤੇ ਸਾਰਾ ਕੁਝ ਤੁਹਾਡੇ ਹੁਕਮ ਦੇ ਵਿੱਚ, ਹੁਕਮ ਤੋਂ ਬਾਹਰ ਹੀ ਕੁਝ ਨਹੀਂ ਹੈ। ਇੱਥੇ ਮਹਾਰਾਜ ਕਹਿਣ ਲੱਗੇ ਤੇਰਾ ਕੀਆ ਸਭ ਕੁਛ ਹੋਏ। ਜੋ ਤੁਸੀਂ ਕਰਦੇ ਪਏ ਹੋ ਨਾ ਹੁੰਦਾ ਉਹ ਪਿਆ ਹੈ, ਜੋ ਤੁਸੀਂ ਕਰੋਗੇ ਹੋਣਾ ਉਹੀ ਹੈ। ਇਸ ਕਰਕੇ ਮੈਨੂੰ ਇਸ ਬਚਨ ਦਾ ਯਕੀਨ ਹੈ, ਤੇਰਾ ਕੀਆ ਸੱਚ ਸਭ ਹੋਏ। ਐ ਸੱਚੇ ਸ਼ਾਹੂਕਾਰ ਪ੍ਰਮਾਤਮਾ ਤੁਸੀਂ ਆਪ ਸੱਚ ਹੋ, ਤੁਹਾਡਾ ਕੀਤਾ ਸੱਚ ਹੈ, ਔਰ ਜੋ ਤੁਸੀਂ ਕਰਨਾ ਹੈ ਉਹ ਕੁਝ ਹੋਣਾ ਹੈ। ਜੋ ਕੁਛ ਕਰਨਾ ਸੋ ਕਰ ਰਹਿਆ, ਜੋ ਆਪ ਜੀ ਨੇ ਕਰਨਾ ਉਹ ਆਪ ਜੀ ਨੇ ਕਰਕੇ ਰਹਿਣਾ ਹੈ। ਝੂਠਾ ਕਿਸ ਕੋ ਆਖੀਏ ਸਾਹਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐ ਹਰੀ ਸ਼ਾਹ ਝੂਠਾ ਕਿਹਨੂੰ ਕਹੀਏ। ਜਦੋਂ ਬ੍ਰਹਮ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਨਾ, ਉਸ ਅਵਸਥਾ ਦਾ ਮਾਲਕ ਵਿਅਕਤੀ ਬਣ ਜਾਂਦਾ। ਅੱਜ ਸਾਡੀ ਨਜ਼ਰ ਦੇ ਵਿੱਚ ਫਲਾਣਾ ਝੂਠਾ ਹੈ, ਫਲਾਣਾ ਪਾਪੀ ਹੈ, ਫਲਾਣਾ ਪੁੰਨੀ ਹੈ, ਇਹ ਚੰਗਾ ਹੈ, ਇਹ ਮਾੜਾ ਹੈ। ਸਾਡੀ ਦ੍ਰਿਸ਼ਟੀ ਇਸ ਤਰ੍ਹਾਂ ਦੀ, ਅਸੀਂ ਇਸ ਤਰ੍ਹਾਂ ਦੇ ਸੰਸਾਰ ਵਿੱਚ ਰਹਿੰਦੇ ਹਾਂ। ਪਰ ਜਦੋਂ ਅਵਸਥਾ ਨੂੰ ਪ੍ਰਾਪਤ ਹੋ ਜਾਈਏ ਨਾ, ਅਵਸਥਾ ਬਣ ਜਾਵੇ, ਤੇ ਫਿਰ ਸਾਰਿਆਂ ਥਾਵਾਂ ਵਿੱਚ ਬ੍ਰਹਮ ਹੀ ਨਜ਼ਰ ਆਉਂਦਾ ਹੈ। ਫਿਰ ਉੱਥੇ ਕੋਈ ਝੂਠ ਨਹੀਂ, ਕੋਈ ਸੱਚ ਨਹੀਂ, ਕੋਈ ਪਾਪ ਨਹੀਂ, ਕੋਈ ਪੁੰਨ ਨਹੀਂ, ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਝੂਠਾ ਕਿਸ ਕੋ ਆਖੀਏ, ਕਿਹਨੂੰ ਕਹੀਏ ਝੂਠਾ। ਜੇ ਕਵਾਂਗੇ ਤੇ ਫਿਰ ਉਹਦੇ ਵਿੱਚ ਵੀ ਤੇ ਜੋਤ ਤੇਰੀ ਹੈ ਨਾ, ਇਸ ਕਰਕੇ ਕਿਸੇ ਨੂੰ ਝੂਠਾ ਗਲਤ ਨਹੀਂ ਕਹਿ ਸਕਦੇ। ਹਾਂ ਦੂਜਾ ਨਹੀਂ ਕੋਈ, ਕਿਉਂਕਿ ਤੇਰੇ ਬਿਨਾ ਕੋਈ ਦੂਜਾ ਹੈ ਨਹੀਂ ਨਾ। ਜੇ ਝੂਠਾ ਕਵਾਂਗੇ ਤੇ ਉਹ ਵੀ ਇਲਜ਼ਾਮ ਤੇਰੇ ਤੇ ਜਾਣਾ, ਤੇ ਜੇ ਸੱਚਾ ਕਵਾਂਗੇ ਤੇ ਉਹ ਵੀ ਤੇਰੇ ਤੇ ਗੱਲ ਜਾਣੀ ਹੈ। ਫਿਰ ਅਸੀਂ ਇਹ ਬਚਨ ਕਹੀਏ ਤੇ ਕਹੀਏ ਕਿਉਂ। ਬੇਨਤੀ ਹੈ ਗੁਰਮੁਖੋ, ਆਪ ਰੋਜ਼ ਸਤ ਸੰਗਤ ਵਿੱਚ ਆਉਂਦੇ ਹੋ, ਬੇਨਤੀ ਕਰਦੇ ਹਾਂ ਫੋਨ ਆਪਣੇ ਕਿਰਪਾ ਕਰਕੇ ਬੰਦ ਰੱਖਿਆ ਕਰੋ। ਜੇ ਬਹੁਤਾ ਜ਼ਰੂਰੀ ਹੈ ਤੇ ਬਾਹਰ ਜਾ ਕੇ ਬੈਠ ਜਾਓ, ਫੋਨ ਸੁਣਨਾ ਜ਼ਰੂਰੀ ਹੈ। ਸੰਗਤ ਵਿੱਚ ਇਸ ਤਰ੍ਹਾਂ ਦੇ ਮਾਹੌਲ ਪੈਦਾ ਨਾ ਕਰੋ। ਸੋ ਰੋ ਵਿਚਾਰ। ਮਹਾਰਾਜ ਕਹਿਣ ਲੱਗੇ ਦੂਜਾ ਨਾ ਹੀ ਕੋਏ, ਤੁਹਾਡੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ, ਤੇ ਕਿਹਨੂੰ ਕਹੀਏ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਇਹ ਸਾਰੀ ਕਾਇਨਾਤ ਸ੍ਰਿਸ਼ਟੀ ਤੁਹਾਡੀ ਸਾਜੀ ਬਣਾਈ ਹੈ, ਕਿਹਨੂੰ ਮਾੜਾ ਕਹਿਣਾ ਕਰੀਏ। ਸਭਨਾ ਵਿੱਚ ਤੂੰ ਵਰਤਦਾ ਸਾਹਾ। ਐ ਸ਼ਾਹੂਕਾਰ ਹਰੀ ਪ੍ਰਮਾਤਮਾ ਤੂੰ ਸਾਰਿਆਂ ਵਿੱਚ ਵਰਤਦਾ ਪਿਆ ਹੈ। ਜਲਾਂ ਵਿੱਚ, ਥਲਾਂ ਵਿੱਚ, ਪਾਣੀ ਵਿੱਚ, ਆਕਾਸ਼ ਵਿੱਚ, ਧਰਤੀ ਵਿੱਚ, ਸਾਰਿਆਂ ਥਾਵਾਂ 'ਤੇ ਤੁਸੀਂ ਆਪ ਵਰਤਦੇ ਪਏ ਹੋ, ਸਾਰਿਆਂ ਥਾਵਾਂ 'ਤੇ ਆਪ ਸਮਾਏ ਹੋਏ ਹੋ। ਤੁਹਾਡੇ ਵਰਗਾ ਕੋਈ ਦੂਜਾ ਹੈ ਹੀ ਨਹੀਂ ਹੈ, ਕਿਹਨੂੰ ਕਹਿਣਾ ਕਰੀਏ। ਐ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਸਾਰਿਆਂ ਥਾਵਾਂ 'ਤੇ ਸਮਾਏ ਹੋਏ ਹੋ ਤੇ ਸਾਰਿਆਂ ਥਾਵਾਂ 'ਤੇ ਬੈਠੇ ਹੋਏ ਹੋ। ਕੋਈ ਦੂਜਾ ਥਾਂ ਹੈ ਹੀ ਨਹੀਂ ਜਿੱਥੇ ਤੁਸੀਂ ਨਹੀਂ ਹੋ। ਸਾਰਿਆਂ ਥਾਵਾਂ 'ਤੇ ਆਪ ਜੀ ਜੋ ਪ੍ਰਾਪਤ ਹੋ ਰਹੇ ਹੋ। ਸਭ ਤੁਝੇ ਧਿਆਵੈ ਦਿਨ ਰਾਤ। ਜਿੰਨੇ ਵੀ ਜੀਵ ਨੇ ਨਾ ਦੁਨੀਆ ਦੇ, ਇਹ ਸਾਰੇ ਤੈਨੂੰ ਧਿਆਉਂਦੇ ਪਏ ਨੇ, ਕੋਈ ਕਿਸੇ ਰੂਪ ਦੇ ਵਿੱਚ, ਕੋਈ ਕਿਸੇ ਰੂਪ ਦੇ ਵਿੱਚ। ਚਿੜੀਆਂ ਚੂਕਦੀਆਂ ਨੇ, ਸਾਨੂੰ ਲੱਗਦਾ ਹੈ ਚੂੰ ਚੂੰ ਕਰਦੀਆਂ ਨੇ। ਲੋਕ ਬੋਲਦੇ ਨੇ, ਸਾਨੂੰ ਲੱਗਦਾ ਇਹ ਅਵਸਥਾ ਬਣ ਜਾਂਦੀ ਹੈ ਨਾ। ਜਦੋਂ ਅਵਸਥਾ ਬਣ ਗਈ ਫਿਰ ਪਤਾ ਲੱਗਦਾ ਵੀ ਸਾਰੇ ਦੇ ਸਾਰੇ ਤੇਰਾ ਨਾਮ ਹੀ ਜਪਦੇ ਪਏ, ਸਾਰੇ ਤੈਨੂੰ ਕਹਿੰਦੇ ਪਏ। ਇੱਕ ਸਾਖੀ ਆਪਾਂ ਸਰਵਣ ਕਰਦੇ ਨਾ, ਕਹਿਣ ਲੱਗੇ ਇੱਕ ਪਹਿਲਵਾਨ ਤੁਰਿਆ ਜਾ ਰਿਹਾ, ਇੱਕ ਕਿਸਾਨ ਤੁਰਿਆ ਜਾ ਰਿਹਾ, ਇੱਕ ਵਪਾਰੀ ਤੁਰਿਆ ਜਾ ਰਿਹਾ, ਤੇ ਤਿੰਨੇ ਜਾਣੇ ਤੁਰੇ ਜਾਂਦੇ ਤੇ ਰਸਤੇ ਵਿੱਚ ਇੱਕ ਤਿੱਤਰ ਬੋਲਦਾ, ਬਟੇਰਾ ਬੋਲਦਾ ਸੁਣਿਆ, ਤੇ ਤਿੰਨਾਂ ਨੇ ਆਵਾਜ਼ ਸੁਣ ਲਈ ਹੈ, ਪਰ ਤਿੰਨਾਂ ਨੂੰ ਆਵਾਜ਼ ਵੱਖੋ ਵੱਖਰੀ ਉਹਦਾ ਸੰਦੇਸ਼ ਮਿਲਿਆ।
ਕਿਸਾਨ ਕਹਿਣ ਲੱਗਾ ਵੀ ਇਹ ਤਿੱਤਰ ਇਹ ਗੱਲ ਕਹਿੰਦਾ ਦੱਬ ਕੇ ਵਾਹ ਤੇ ਰੱਜ ਕੇ ਖਾ, ਕਿਉਂਕਿ ਉਹਦਾ ਕਰਮ ਹੋ ਜਿਹਾ, ਕੰਮ ਹੋ ਜਿਹਾ, ਜ਼ਮੀਨ ਵਾਹੁਣੀ ਤੇ ਫਸਲ ਪੈਦਾ ਕਰਨੀ ਤੇ ਫਿਰ ਖਾਣਾ। ਜਿਹੋ ਜਿਹੇ ਉਹ ਕੰਮ ਕਰਦਾ ਹੈ ਉਹੋ ਜਿਹੀ ਉਹਦੀ ਸੋਚ ਬਣ ਗਈ ਹੈ, ਜਿਹੋ ਜਿਹੀ ਸੋਚ ਬਣ ਗਈ ਹੈ ਉਹੋ ਜਿਹੇ ਵਿਚਾਰ ਬਣ ਗਏ। ਇਹ ਆਖਦਾ ਵੀ ਦੱਬ ਕੇ ਵਾਹ ਤੇ ਰੱਜ ਕੇ ਖਾ। ਪਹਿਲਵਾਨ ਬੋਲਿਆ, ਕਹਿਣ ਲੱਗਾ ਨਹੀਂ ਨਹੀਂ ਇੱਦਾਂ ਨਹੀਂ ਇਹ ਕਹਿੰਦਾ। ਉਹਨੂੰ ਪੁੱਛਿਆ ਵੀ ਇਹ ਕੀ ਕਹਿੰਦਾ? ਉਹ ਕਹਿੰਦਾ ਵੀ ਰੱਜ ਕੇ ਖਾ ਤੇ ਫਿਰ ਭਲੀ ਚੰਗੀ ਕਸਰਤ ਕਰ, ਕਿਉਂਕਿ ਉਹਦਾ ਕੰਮ ਹੈ ਪਹਿਲਵਾਨ ਦਾ ਖਾਣਾ ਤੇ ਕਸਰਤ ਕਰਕੇ ਅਖਾੜੇ ਵਿੱਚ ਜਾ ਕੇ ਕੁਸ਼ਤੀ ਕਰਨੀ। ਤੇ ਜਿਹੜਾ ਤੀਜਾ ਸੀ ਨਾ ਵਪਾਰੀ, ਉਹ ਕਹਿਣ ਲੱਗਾ ਵੀ ਨਹੀਂ ਤੁਹਾਡੇ ਦੋਨਾਂ ਕੋਲੋਂ ਇਹਨੇ ਬੁੱਝਿਆ ਗਿਆ, ਇਹ ਤੇ ਹੋਰ ਕੁਝ ਕਹਿੰਦਾ ਹੈ। ਉਹਨੇ ਆਪਣੇ ਮੁਤਾਬਕ ਦੱਸ ਦਿੱਤਾ। ਹੁਣ ਤਿੱਤਰ ਨੇ ਤੇ ਜੋ ਬੋਲਣਾ ਸੀ ਬੋਲ ਦਿੱਤਾ, ਪਰ ਮਤਲਬ ਤਿੰਨਾਂ ਨੇ ਵੱਖੋ ਵੱਖਰਾ ਕੱਢਿਆ। ਕਿਉਂ? ਕਿਉਂਕਿ ਤਿੰਨੇ ਜਾਣੇ ਵੱਖੋ ਵੱਖਰੇ ਕਿੱਤੇ ਨਾਲ ਸੰਬੰਧਿਤ ਨੇ। ਜਿਹੜਾ ਕੋਈ ਕੰਮ ਕਰਦਾ ਉਹਨੂੰ ਲੱਗਦਾ ਵੀ ਇਹ ਮੈਨੂੰ ਹੀ ਕਹਿ ਰਿਹਾ ਹੈ। ਇਹ ਅਵਸਥਾ ਬਣ ਜਾਂਦੀ ਹੈ। ਜਿਹੜੇ ਮਹਾਤਮਾ ਹੁੰਦੇ ਨਾ ਗੁਰਮੁਖੋ, ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਵੀ ਪਰਮਾਤਮਾ ਹੀ ਹੈ ਸਾਰੇ ਥਾਵਾਂ 'ਤੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਬਿਨ ਹਰ ਜਾਪਤ ਹੈ ਨਹੀਂ ਹੋਰ। ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ ਵੀ ਜੇ ਚਿੜੀ ਨੇ ਚੂੰ ਕੀਤਾ ਨਾ ਤੇ ਇਹ ਵੀ ਵਾਹਿਗੁਰੂ ਕਹਿੰਦੀ ਪਈ ਹੈ, ਕਾਂ ਨੇ ਕਾਂ ਕੀਤਾ ਤੇ ਇਹ ਵੀ ਰਾਮ ਹੀ ਕਹਿੰਦਾ ਪਿਆ। ਪਸ਼ੂ ਕਿਸੇ ਵੀ ਭਾਸ਼ਾ ਵਿੱਚ ਬੋਲਦਾ ਤੇ ਰੱਬ ਦਾ ਨਾਮ ਹੀ ਹੈ, ਕਿਉਂਕਿ ਅਵਸਥਾ ਬਣ ਗਈ ਨਾ। ਉਹਨਾਂ ਨੂੰ ਹਰੇਕ ਆਵਾਜ਼ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਹੀ ਸੁਣਾਈ ਦਿੰਦਾ ਹੈ, ਹੋਰ ਦੂਜਾ ਕੋਈ ਨਾਮ ਉਹਨਾਂ ਨੂੰ ਸੁਣਾਈ ਦਿੰਦਾ ਹੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਭਨਾ ਵੇ ਤੂੰ ਵਰਤਦਾ ਮੇਰੇ ਸਾਹਾ, ਸਭ ਤੁਝੇ ਧਿਆਵੈ ਦਿਨ ਰਾਤ। ਸਾਰੀ ਕਾਇਨਾਤ ਤੈਨੂੰ ਧਿਆਉਂਦੀ ਪਈ ਹੈ। ਇਹ ਗੁਰਮੁਖਾਂ ਦੀ ਅਵਸਥਾ ਹੈ। ਉਹਨਾਂ ਨੂੰ ਹਰੇਕ ਬੋਲ ਵਿੱਚੋਂ, ਹਰੇਕ ਸ਼ਬਦ ਵਿੱਚੋਂ, ਹਰੇਕ ਜਾਨਵਰ ਦੀ ਆਵਾਜ਼ ਵਿੱਚੋਂ ਰੱਬ ਦਾ ਨਾਮ ਹੀ ਸੁਣਾਈ ਦਿੰਦਾ ਹੈ। ਇਹ ਉਹਨਾਂ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ। ਦਿਨੇ ਰਾਤ ਸਾਰੇ ਕਾਇਨਾਤ ਤੈਨੂੰ ਧਿਆਉਂਦੀ ਹੈ। ਸਭ ਤੁਝ ਹੀ ਥਾਵੋਂ ਮੰਗਦੇ ਮੇਰੇ ਸਾਹਾ। ਐ ਹਰੀ ਸ਼ਾਹੂਕਾਰ, ਸਾਰੀ ਕਾਇਨਾਤ ਤੇਰੇ ਕੋਲੋਂ ਹੀ ਮੰਗਦੀ ਪਈ ਹੈ। ਕੋਈ ਕਿਸੇ ਰੂਪ ਦੇ ਵਿੱਚ, ਕੋਈ ਕਿਸੇ ਰੂਪ ਦੇ ਵਿੱਚ। ਪਸ਼ੂ ਪੰਛੀ ਵੀ ਤੇਰੇ ਕੋਲੋਂ ਮੰਗਦੇ ਪਏ, ਮਨੁੱਖ ਤੇ ਦੇਵਤੇ ਵੀ ਤੇਰੇ ਕੋਲੋਂ ਮੰਗਦੇ ਪਏ। ਕੋਈ ਛੋਟੀ ਦਾਤ ਮੰਗਦਾ, ਕੋਈ ਵੱਡੀ ਦਾਤ ਮੰਗਦਾ, ਪਰ ਮੰਗਦੇ ਸਾਰੇ ਤੇਰੇ ਕੋਲੋਂ ਹੀ। ਇੱਕ ਸਾਖੀ ਦਾ ਆਪਾਂ ਬਚਨ ਸਰਵਣ ਕਰਦੇ ਨੇ। ਇੱਕ ਰਾਜਾ ਕਿਤੇ ਸ਼ਿਕਾਰ ਖੇਡਣ ਜੰਗਲ ਚਲੇ ਗਿਆ ਤੇ ਹਨੇਰਾ ਹੋ ਗਿਆ ਰਸਤੇ ਵਿੱਚ ਸ਼ਿਕਾਰ ਖੇਡਦੇ। ਤੇ ਜਦੋਂ ਵੇਖਿਆ ਨਾ ਜੰਗਲ ਦੇ ਵਿੱਚ ਇੱਕ ਦੀਵਾ ਜਗਦਾ ਪਿਆ, ਦੀਵੇ ਦੀ ਰੋਸ਼ਨੀ ਵੇਖੀ ਤੇ ਰਾਜਾ ਸਮਝ ਗਿਆ ਵੀ ਇੱਥੇ ਕੋਈ ਇਨਸਾਨ ਰਹਿੰਦਾ ਹੋਵੇਗਾ। ਤੇ ਰਾਜਾ ਚੱਲ ਕੇ ਉਸ ਝੁੱਗੀ ਝੌਂਪੜੀ ਵਿੱਚ ਚਲੇ ਗਿਆ। ਜਾ ਕੇ ਦੱਸਿਆ ਵੀ ਮੈਂ ਭਾਈ ਰਾਜਾ ਹਾਂ ਤੇ ਮੈਨੂੰ ਰਾਤ ਪੈ ਗਈ ਹੈ। ਗਰੀਬ ਪਰਿਵਾਰ ਨੇ ਨਾ ਜਿੰਨੀ ਹੋ ਸਕਦਾ ਸੀ ਰਾਜੇ ਦੀ ਸੇਵਾ ਕੀਤੀ ਤੇ ਆਪਣੇ ਕੋਲ ਰਾਤ ਰੱਖਿਆ। ਦਿਨ ਚੜ੍ਹਿਆ ਤੇ ਰਾਜਾ ਤੁਰਨ ਲੱਗਾ ਤੇ ਤੁਰਦਿਆਂ ਤੁਰਦਿਆਂ ਉਹਨੇ ਆਪਣੇ ਹੱਥ ਦੀ ਛਾਪ ਲਾ ਕੇ ਨਾ, ਮੁੰਦਰੀ ਲਾ ਕੇ ਤੇ ਗਰੀਬ ਪਰਿਵਾਰ ਨੂੰ ਦੇ ਕੇ ਆਖਿਆ, ਤੁਸੀਂ ਮੇਰੀ ਰਾਤ ਸੇਵਾ ਕੀਤੀ ਹੈ, ਜਿੱਦਣ ਤੁਹਾਨੂੰ ਕੋਈ ਲੋੜ ਪਈ ਮੇਰੇ ਦਰਬਾਰ ਆ ਜਾਇਓ, ਮੈਂ ਤੁਹਾਡੀ ਲੋੜ ਪੂਰੀ ਕਰ ਦਿਆਂਗਾ। ਬੜੇ ਖੁਸ਼ ਹੋਏ ਰਾਜਾ, ਸਾਨੂੰ ਛਾਪ ਦੇ ਗਿਆ, ਨਿਸ਼ਾਨੀ ਦੇ ਗਿਆ। ਕੁਝ ਮਹੀਨੇ ਲੰਘੇ ਤੇ ਉਹਨਾਂ ਨੂੰ ਕੋਈ ਜ਼ਰੂਰਤ ਪੈ ਗਈ ਤੇ ਉਹਨਾਂ ਨੇ ਸੋਚਿਆ ਵੀ ਚਲੋ ਰਾਜਾ ਆਪਾਂ ਨੂੰ ਇਹ ਗੱਲ ਕਹਿ ਕੇ ਗਿਆ, ਚੱਲੀਏ ਰਾਜੇ ਦੇ ਦਰਬਾਰ ਕੁਝ ਮੰਗ ਹੀ ਲਿਆਈਏ, ਮਦਦ ਹੋ ਜਾਏਗੀ। ਤੇ ਮੁੰਦਰੀ ਜਿਹੜੀ ਆ ਉਹ ਨਿਸ਼ਾਨੀ ਦੇ ਆਇਆ। ਉਹ ਛਾਪ ਹੱਥ ਵਿੱਚ ਲੈ ਕੇ ਜਦੋਂ ਪਹਿਰੇਦਾਰਾਂ ਨੇ ਰੋਕਿਆ ਤੇ ਉਹਨਾਂ ਨੇ ਦਿਖਾ ਦਿੱਤੀ ਵੀ ਆਹ ਰਾਜੇ ਨੇ ਸਾਨੂੰ ਬੁਲਾਇਆ ਤੇ ਨਿਸ਼ਾਨੀ ਹੈ। ਸਿੱਧਾ ਹੀ ਉਹਨਾਂ ਨੇ ਫਿਰ ਰੋਕਿਆ ਨਹੀਂ, ਰਾਜੇ ਦੇ ਮਹਿਲ ਦੇ ਵਿੱਚ ਪਹੁੰਚਾ ਦਿੱਤਾ। ਤੇ ਉੱਥੇ ਉਹ ਗਰੀਬ ਵਿਅਕਤੀ ਨਾ ਮਹਿਲ ਦੇ ਦਰਵਾਜ਼ੇ ਦੇ ਅੰਦਰ ਬਾਹਰ ਜਾ ਕੇ ਤੇ ਖੜਾ ਹੋ ਗਿਆ। ਕੀ ਵੇਖਦਾ ਪਿਆ? ਰਾਜੇ ਨੇ ਜੋਤਾਂ ਜਗਾਈਆਂ ਹੋਈਆਂ, ਅਗਰਬੱਤੀਆਂ ਲਾਈਆਂ ਹੋਈਆਂ, ਦੇਵੀ ਦੇ ਸਾਹਮਣੇ ਖਲੋਤਾ ਪੂਜਾ ਕਰਦਾ, ਨਾਲ ਹੀ ਮੰਗਦਾ ਪਿਆ ਮੇਰਾ ਰਾਜ ਇੰਨਾ ਵੱਡਾ ਹੈ, ਇਹ ਇਸ ਤੋਂ ਵੀ ਵੱਡਾ ਹੋ ਜਾਵੇ। ਮੇਰੇ ਕੋਲ ਇੰਨੀ ਫੌਜ ਹੈ, ਇਹ ਇਸ ਤੋਂ ਵੀ ਵੱਡੀ ਹੋ ਜਾਵੇ। ਮੇਰੇ ਕੋਲ ਇੰਨੇ ਖਜ਼ਾਨੇ ਨੇ, ਇਸ ਤੋਂ ਵੀ ਵੱਡੇ ਹੋ ਜਾਣ। ਮੇਰੇ ਕੋਲ ਆਹ ਪਦਾਰਥ ਹੈ, ਇਹਦੇ ਤੋਂ ਵੀ ਇਹ ਡਬਲ ਹੋ ਜਾਵੇ, ਹੋਰ ਦੁੱਗਣਾ ਚੌਗਣਾ ਬਣ ਜਾਵੇ। ਉਹ ਗਰੀਬ ਵਿਅਕਤੀ ਸੁਣਦਾ ਰਿਹਾ। ਤੇ ਜਦੋਂ ਰਾਜੇ ਨੇ ਆਪਣੀ ਪੂਜਾ ਪੂਰੀ ਕੀਤੀ ਨਾ ਤੇ ਉਹ ਬੰਦਾ ਬਿਨਾਂ ਮੰਗਿਆਂ ਬਾਹਰ ਨੂੰ ਤੁਰ ਪਿਆ। ਤੇ ਰਾਜੇ ਦੀ ਨਿਗਾਹ ਪੈ ਗਈ, ਆਵਾਜ਼ ਮਾਰੀ, ਕਹਿਣ ਲੱਗਾ ਵੀ ਗੱਲ ਸੁਣ, ਤੂੰ ਮੇਰੇ ਮਹਿਲ ਵਿੱਚ ਆਇਆ ਤੇ ਆਇਆ ਕਿਹਦੇ ਵਾਸਤੇ?
ਤੇ ਉਹ ਗਰੀਬ ਵਿਅਕਤੀ ਨੇ ਦੱਸਿਆ, ਕਹਿਣ ਲੱਗਾ ਜੀ ਕੁਝ ਲੋੜ ਸੀ ਮੈਨੂੰ, ਤੇ ਮੈਂ ਸੋਚਿਆ ਵੀ ਚਲੋ ਤੁਹਾਡੇ ਕੋਲੋਂ ਮੰਗ ਲੈਂਦੇ, ਆਪਣੀ ਲੋੜ ਪੂਰੀ ਕਰ ਲੈਂਦੇ। ਰਾਜਾ ਕਹਿਣ ਲੱਗਾ ਠੀਕ ਹੈ, ਪਰ ਤੂੰ ਮੰਗਣ ਤੋਂ ਬਿਨਾਂ ਕਿਉਂ ਚੱਲਿਆ, ਮੰਗ ਲਾ ਫਿਰ ਜਿਹੜੀ ਤੈਨੂੰ ਲੋੜ ਹੈ। ਤੇ ਉਹ ਗਰੀਬ ਵਿਅਕਤੀ ਕਹਿਣ ਲੱਗਾ ਜੀ ਮੇਰੀ ਲੋੜ ਤੇ ਛੋਟੀ ਮੋਟੀ, ਮੈਂ ਤੇ ਨਿੱਕਾ ਜਿਹਾ ਮੰਗਤਾ, ਤੁਸੀਂ ਤੇ ਮੇਰੇ ਨਾਲੋਂ ਵੀ ਕਿਤੇ ਵੱਡੇ ਮੰਗਤੇ। ਤੁਸੀਂ ਤੇ ਵੱਡੇ ਵੱਡੇ ਰਾਜ ਮੰਗਦੇ ਪਏ, ਫੌਜਾਂ ਤੇ ਪਦਾਰਥ ਮੰਗਦੇ ਪਏ, ਮੈਂ ਤੇ ਇੱਕ ਨਿੱਕਾ ਜਿਹਾ ਮੰਗਤਾ ਵੀ ਚੱਲ ਇੱਕ ਦੋ ਟਾਈਮ ਦਾ ਪ੍ਰਸ਼ਾਦਾ ਮਿਲ ਜਾਵੇ। ਮੈਂ ਤੇ ਉਹ ਮੰਗਣ ਆਇਆ, ਪਰ ਜਿਹਦੇ ਕੋਲੋਂ ਮੰਗਣ ਆਇਆ ਉਹ ਮੇਰੇ ਨਾਲੋਂ ਵੀ ਵੱਡਾ ਮੰਗਤਾ ਮੰਗਤੇ ਨੂੰ ਕੀ ਦੇ ਸਕਦਾ ਹੈ। ਜਿਹਨੇ ਆਪਣੇ ਹੱਥ ਵਿੱਚ ਆਪ ਠੂਠਾ ਫੜਿਆ ਉਹ ਦੂਜੇ ਨੂੰ ਕੀ ਦੇਵੇਗਾ। ਅੱਜ ਸਮੇਂ ਦੀਆਂ ਸਰਕਾਰਾਂ ਇਸੇ ਤਰ੍ਹਾਂ ਦੀਆਂ ਨਾ, ਆਪਣੇ ਹੱਥ ਵਿੱਚ ਉਹਨਾਂ ਦੇ ਠੂਠਾ ਤੇ ਦੁਨੀਆ ਨੂੰ ਵੀ ਠੂਠਾ ਹੀ ਫੜਾ ਛੱਡਿਆ। ਕੀ ਉਮੀਦ ਕੀਤੀ ਜਾ ਸਕਦੀ ਹੈ। ਇਹ ਗਰੀਬ ਵਿਅਕਤੀ ਕਹਿਣ ਲੱਗਾ, ਕਹਿੰਦਾ ਜੀ ਤੁਸੀਂ ਤੇ ਆਪ ਮੰਗਤੇ ਹੋ, ਮੇਰੇ ਨਾਲੋਂ ਵੱਡੇ ਹੋ, ਤੁਸੀਂ ਮੈਨੂੰ ਕੀ ਦੇਣਾ। ਮੈਂ ਤੇ ਇਹ ਸੋਚਿਆ ਵੀ ਜਿਹਦੇ ਕੋਲੋਂ ਤੁਸੀਂ ਮੰਗਦੇ ਪਏ ਹੋ ਮੈਂ ਵੀ ਫਿਰ ਸਿੱਧਾ ਉਹਦੇ ਕੋਲੋਂ ਹੀ ਮੰਗ ਲਵਾਂ ਨਾ। ਦਾਤਾ ਤੇ ਫਿਰ ਉਹ ਹੋਇਆ ਨਾ, ਤੁਸੀਂ ਤੇ ਮੰਗ ਕੇ ਗਾਂ ਦੇਣ ਵਾਲੇ ਹੋ। ਸਤਿਗੁਰੂ ਇੱਥੇ ਬਚਨ ਕਰਦੇ, ਕਹਿਣ ਲੱਗੇ ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸਾਹ, ਇਹ ਹਰੀ ਸ਼ਾਹ ਸਾਰੀ ਦੁਨੀਆ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਮਹਾਰਾਜਾ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਬਿਜ਼ਨਸਮੈਨ ਹੈ ਤੇ ਭਾਵੇਂ ਕੋਈ ਮਜ਼ਦੂਰ ਹੈ, ਸਾਰੇ ਤੇਰੇ ਅੱਗੋਂ ਹੀ ਦੁਆਵਾਂ ਮੰਗਦੇ ਨੇ, ਸਾਰੇ ਤੇਰੇ ਕੋਲੋਂ ਦਾਤਾਂ ਮੰਗਦੇ ਹਨ। ਤੂੰ ਸਭਨਾ ਕਰੈ ਇੱਕ ਦਾਤ, ਤੂੰ ਸਾਰਿਆਂ ਨੂੰ ਇੱਕੋ ਹੀ ਹੈ ਜਿਹੜਾ ਦਾਤ ਦੇਣ ਵਾਲਾ ਹੈ। ਦਾਤਾ ਤੂੰ ਇੱਕੋ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ। ਮੰਗਣ ਵਾਲੇ ਭਾਵੇਂ ਅਨੇਕਾਂ ਨੇ, ਮੰਗਣ ਵਾਲੇ ਤੇ ਬਹੁਤੇ ਨੇ। ਜਾਚਕ ਏਕ, ਜਾਚਕ ਅਨੇਕ ਸੋ ਏਕ ਦਵਈਆ। ਜਾਚਕ ਮੰਗਣ ਵਾਲੇ ਅਨੇਕ ਨੇ, ਪਰ ਦਵਈਆ ਦੇਣ ਵਾਲਾ ਇੱਕੋ ਹੀ ਹੈ। ਜਾਚਕ ਅਨੇਕ ਸੋ ਏਕ ਦਵਈਆ, ਦੇਣ ਵਾਲਾ ਦਾਤਾ ਇੱਕੋ ਹੀ ਹੈ, ਮੰਗਣ ਵਾਲੇ ਬੇਅੰਤ ਨੇ। ਇਹ 10ਵੇਂ ਪਾਤਸ਼ਾਹ ਦਾ ਬਚਨ ਹੈ। ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਸਾਰਿਆਂ ਦਾ ਦਾਤਾ ਇੱਕੋ ਹੀ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ, ਉਹ ਭੁੱਲ ਨਾ ਕਿਤੇ ਜਾਵੇ ਜਿਹੜਾ ਸਾਰਿਆਂ ਨੂੰ ਦਿੰਦਾ ਪਿਆ। ਮਹਾਰਾਜ ਕਹਿਣ ਲੱਗੇ ਤੂੰ ਸਭਨਾ ਕਰੇ ਇੱਕ ਦਾਤ, ਇੱਕੋ ਤੂੰ ਹੀ ਹੈ ਜਿਹੜਾ ਸਾਰਿਆਂ ਨੂੰ ਦਾਤ ਦੇਣ ਵਾਲਾ ਹੈ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ, ਹੈ ਸ਼ਾਹ ਹਰੀ ਪਰਮਾਤਮਾ, ਸਾਰੇ ਪਦਾਰਥ ਤੇ ਸਾਰੇ ਸੁੱਖ ਤੇਰੇ ਵਿੱਚ ਹੀ ਨੇ। ਸਾਰੇ ਸੁੱਖਾਂ ਨੂੰ ਵੀ ਤੂੰ ਦੇਣ ਵਾਲਾ, ਕਿਉਂਕਿ ਉਹ ਤੇਰੇ ਕੋਲ ਨੇ। ਸਾਰੇ ਪਦਾਰਥ ਵੀ ਆਪ ਜੀ ਦੇਣ ਵਾਲੇ ਹੋ। ਤੁਝ ਤੇ ਬਾਹਰ ਕੋਈ ਨਹੀਂ, ਆਪ ਜੀ ਤੋਂ ਬਾਹਰ ਕੋਈ ਨਾ ਹੈ, ਕੋਈ ਪਦਾਰਥ ਹੈ ਹੀ ਨਹੀਂ, ਨਾ ਕੋਈ ਸੁੱਖ। ਤੈਨੂੰ ਛੱਡ ਕੇ ਦੂਜੀ ਥਾਂ ਤੋਂ ਨਾ ਮੰਗਿਆ ਜਾ ਸਕਦਾ, ਨਾ ਹੀ ਮਿਲ ਸਕਦਾ, ਕਿਉਂਕਿ ਉਹ ਦਾਤ ਹੈ ਹੀ ਤੇਰੇ ਕੋਲ ਹੈ। ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਤੇਰੇ ਬਿਨਾਂ ਨਾ ਕੋਈ ਦਾਤ ਦੇਣ ਵਾਲਾ ਹੈ, ਨਾ ਕੋਈ ਦਾਤ ਦੇ ਸਕਦਾ ਹੈ। ਸਾਰੇ ਸੁੱਖ ਆਪ ਜੀ ਦੇ ਕੋਲ ਤੇ ਆਪ ਜੀ ਸਾਰਿਆਂ ਦੇ ਮਾਲਕ ਹੋ। ਸਭ ਜੀ ਤੇਰੇ ਤੂੰ ਸਬਸਦਾ ਮੇਰੇ ਸਾਹ, ਐ ਹਰੀ ਸ਼ਾਹੂਕਾਰ, ਹਰੀ ਸ਼ਾਹ ਜੀ, ਸਭ ਜੀ ਤੇਰੇ, ਤੂੰ ਹੀ ਹੈ ਸਾਰਿਆਂ ਦਾ ਮਾਂ ਬਾਪ। ਪੈਦਾ ਸਾਰਿਆਂ ਨੂੰ ਤੂੰ ਹੀ ਕੀਤਾ ਹੈ। ਜਦੋਂ ਪੈਦਾ ਤੂੰ ਕੀਤਾ ਹੈ ਤੇ ਫਿਰ ਪਾਲਣਾ ਵੀ ਤੇ ਤੁਸੀਂ ਕਰੋਗੇ ਨਾ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਆਪ ਜੀ ਸਿਰ ਬਸਿਰ ਸਾਰਿਆਂ ਨੂੰ ਜਿਹੜਾ ਹੈ ਰਿਜਕ ਬਖਸ਼ਿਸ਼ ਕਰਦੇ ਹੋ। ਤੇ ਫਿਰ ਭਉ ਕਿਸ ਗੱਲ ਦਾ ਕਰਨਾ ਹੈ। ਸਭ ਜੀ ਤੇਰੇ, ਇਹ ਜਿੰਨੇ ਵੀ ਜੀਵ ਛੋਟੇ ਨੇ ਜਾਂ ਵੱਡੇ ਨੇ, ਇਹ ਸਾਰੇ ਤੇਰੇ ਪੈਦਾ ਕੀਤੇ ਹੋਏ। ਤੂੰ ਇਹਨਾਂ ਸਾਰਿਆਂ ਜੀਵਾਂ ਦਾ ਮਾਲਕ ਹੈ। ਸਭ ਤੁਝ ਹੀ ਮਾਹੇ ਸਮਾਹੇ, ਇਹਨਾਂ ਜੀਵਾਂ ਨੇ ਤੇਰੇ ਵਿੱਚੋਂ ਹੀ ਪੈਦਾ ਹੋ ਕੇ ਤੇ ਤੇਰੇ ਵਿੱਚ ਹੀ ਸਮਾ ਜਾਣਾ ਹੈ। ਜਿਵੇਂ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਨਾ ਗੁਰਮੁਖੋ, ਸਮੁੰਦਰ ਦਾ ਪਾਣੀ ਹੈ, ਪਾਣੀ ਦੇ ਵਿੱਚੋਂ ਹੀ ਲਹਿਰਾਂ ਪੈਦਾ ਹੁੰਦੀਆਂ, ਦਿਸਦੀਆਂ ਜ਼ਰੂਰ ਵੱਖਰੀਆਂ, ਪਰ ਮੁੜ ਕੇ ਫਿਰ ਉਸੇ ਪਾਣੀ ਵਿੱਚ ਹੀ ਸਮਾ ਜਾਂਦੀਆਂ। ਜਿਵੇਂ ਪਾਣੀ ਦੀ ਝੱਗ ਹੈ, ਪਾਣੀ ਵਿੱਚੋਂ ਹੀ ਪੈਦਾ ਹੋਈ ਹੈ, ਪਾਣੀ ਵਿੱਚ ਹੀ ਉਹ ਝੱਗ ਫਿਰ ਪਾਣੀ ਦਾ ਰੂਪ ਬਣ ਗਈ। ਇਸੇ ਤਰ੍ਹਾਂ ਪਰਮਾਤਮਾ, ਇਹ ਜਿਹੜਾ ਸੰਸਾਰ ਹੈ ਨਾ, ਤੇਰੇ ਵਿੱਚੋਂ ਹੀ ਪੈਦਾ ਹੋਇਆ। ਪੈਦਾ ਕਰਨ ਵਾਲਾ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨਿਓ ਪਾਈ। ਜਿਸ ਪਰਮਾਤਮਾ ਨੇ ਮਾਇਆ ਤੋਂ ਇਹ ਰੰਗਾਂ ਰੰਗਾਂ ਦੀਆਂ ਜਿਨਸਾਂ ਪੈਦਾ ਕੀਤੀਆਂ, ਸਰੀਰ ਪੈਦਾ ਕੀਤੇ,
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਸਾਰੇ ਤੇਰੇ ਵਿੱਚੋਂ ਹੀ ਪੈਦਾ ਹੋਏ, ਸਾਰਿਆਂ ਨੂੰ ਪੈਦਾ ਕਰਨ ਵਾਲੇ ਤੁਸੀਂ ਆਪ ਹੋ, ਅਤੇ ਫਿਰ ਇਹਨਾਂ ਨੇ ਤੇਰੇ ਵਿੱਚ ਹੀ ਸਮਾ ਜਾਣਾ ਹੈ। ਜਾਵਿਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। 10ਵੇਂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਜੀ, ਜਦੋਂ ਤੁਸੀਂ ਸ੍ਰਿਸ਼ਟੀ ਨੂੰ ਖਤਮ ਕਰਨ ਦਾ ਵਿਚਾਰ ਕਰਦੇ ਹੋ, ਇਹਨਾਂ ਸਾਰਿਆਂ ਸਰੀਰਾਂ ਵਿੱਚੋਂ ਆਪਣੀ ਜੋਤ ਵਾਪਸ ਖਿੱਚਦੇ ਹੋ, ਇਹ ਸਾਰੀਆਂ ਆਤਮਾਵਾਂ ਜਿੰਨੀਆਂ ਸਰੀਰਾਂ ਵਿੱਚ ਬੈਠੀਆਂ ਨੇ, ਇਹ ਸਾਰੀਆਂ ਆਤਮਾ ਜਿਹੜੀਆਂ ਨੇ ਪ੍ਰਕਾਸ਼ ਰੂਪ ਹੋ ਕੇ ਤੇਰੇ ਵਿੱਚ ਹੀ ਸਮਾ ਜਾਣਗੀਆਂ। ਜਾਵਿਆ ਕਰਖ, ਜਦੋਂ ਆਕਰਖ ਕਹੀਏ ਖਿੱਚਦੇ ਹੋ, ਕਰਤ ਹੋ ਕਬਹੂ, ਜਦੋਂ ਤੁਹਾਡਾ ਮੌਜ ਕਰੇ ਜੀ ਕਰੇ, ਤੇ ਤੁਮ ਮੈਂ ਮਿਲਤ ਦੇਹ ਧਰ ਸਭੂ, ਇਹ ਸਾਰੇ ਸਰੀਰ, ਇਹ ਸਾਰੀਆਂ ਆਤਮਾਵਾਂ ਸਾਰੀਆਂ ਤੁਹਾਡੇ ਵਿੱਚ ਮਿਲ ਜਾਣਗੀਆਂ। ਉਸ ਵੇਲੇ ਕੇਵਲ ਤੁਸੀਂ ਰਹਿ ਜਾਓਗੇ। ਮਹਾਰਾਜ ਕਹਿਣ ਲੱਗੇ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ। ਇਹਨਾਂ ਜੀਵਾਂ ਸਾਰਿਆਂ ਨੇ ਅੰਤ ਨੂੰ ਤੇਰੇ ਵਿੱਚ ਸਮਾ ਜਾਣਾ, ਤੇਰੇ ਵਿੱਚ ਇਹਨਾਂ ਨੇ ਲੀਨ ਹੋ ਜਾਣਾ ਹੈ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਐ ਮੇਰੇ ਪਿਆਰੇ ਪਰਮਾਤਮਾ, ਤੂੰ ਸਾਰਿਆਂ ਦੀ ਆਸ ਕਹੀਏ ਆਸਾ ਹੈ, ਸਾਰੀਆਂ ਆਸਾਂ ਤੇਰੇ ਕੋਲੋਂ ਹੀ ਪੂਰੀਆਂ ਹੁੰਦੀਆਂ। ਕੋਈ ਇਹੋ ਜਿਹੀ ਆਸ ਹੈ ਹੀ ਨਹੀਂ ਵੀ ਜੇ ਤੇਰੇ ਦਰ 'ਤੇ ਕੋਈ ਆਵੇ ਤੇ ਉਹਦੀ ਪੂਰੀ ਨਾ ਹੋਵੇ। ਸਾਰਿਆਂ ਦੀਆਂ ਆਸਾਂ ਆਪ ਪੂਰੀਆਂ ਕਰਨ ਵਾਲੇ ਹੋ, ਭਾਵੇਂ ਆਸਾ ਨੇ ਭਾਵੇਂ ਮਨਸ਼ਾ ਨੇ। ਪੂਰੀ ਆਸਾ ਜੀ ਮਨਸ਼ਾ ਮੇਰੇ ਰਾਮ, ਆਪ ਜੀ ਮਨਸ਼ਾ ਵੀ ਪੂਰੀ ਕਰਦੇ, ਮਨ ਦੇ ਫੁਰਨੇ, ਮਨ ਦੀਆਂ ਵਾਸ਼ਨਾਵਾਂ ਉਹ ਵੀ ਪੂਰੀਆਂ ਕਰਦੇ। ਆਸਾ ਲਾਈ ਹੋਈ ਹੈ ਕੱਲ੍ਹ ਨੂੰ ਇਹ ਮਿਲੇ, ਪਰਸੋਂ ਇਹ ਮਿਲੇ, ਉਹ ਵੀ ਆਪ ਜੀ ਪੂਰੀਆਂ ਕਰ ਦਿੰਦੇ। ਇਸ ਤਰ੍ਹਾਂ ਦਾ ਸਮਾਂ ਨਹੀਂ ਹੈ ਵੀ ਕੋਈ ਤੁਹਾਡੇ ਦਰ 'ਤੇ ਆਵੇ ਤੁਸੀਂ ਉਹਦੀ ਆਸ ਨਾ ਪੂਰੀ ਕਰੋ। ਬੀਬੀ ਸੁਲੱਖਣੀ ਦਾ ਇਤਿਹਾਸ ਪੜ੍ਹਦੇ ਵਾਪਸ ਮੁੜੀ ਜਾਂਦੀ ਰੋਂਦੀ ਹੋਈ। ਭਾਈ ਗੁਰਦਾਸ ਨੇ ਪੁੱਛਿਆ ਰੋਂਦੇ ਕਿਉਂ? ਕਹਿਣ ਲੱਗੇ ਜੀ ਪੁੱਤਰ ਲੈਣ ਆਏ ਪਰ ਮਿਲਿਆ ਨਹੀਂ। ਕਹਿਣ ਲੱਗੇ ਮਿਲੇਗਾ ਜ਼ਰੂਰ, ਪਰ ਤਰੀਕਾ ਬਦਲ ਲਵੋ, ਤਰੀਕਾ ਬਦਲੋਗੇ ਤੇ ਦਾਤ ਮਿਲੇਗੀ। ਤਰੀਕਾ ਬਦਲਿਆ, ਪੁੱਤਰ ਇੱਕ ਦੀ ਆਸ ਲੈ ਕੇ ਆਈ, 7 ਪੁੱਤਰ ਪ੍ਰਾਪਤ ਹੋ ਗਏ। ਮਹਾਰਾਜ ਕਹਿਣ ਲੱਗੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਐ ਮੇਰੇ ਪਰਮਾਤਮਾ, ਤੂੰ ਸਾਰਿਆਂ ਦੀ ਆਸ ਹੈ, ਸਾਰੀਆਂ ਆਸਾਂ ਤੇਰੇ ਕੋਲੋਂ ਪੂਰੀਆਂ ਹੁੰਦੀਆਂ ਹਨ। ਸਭ ਤੁਝੇ ਧਿਆਵੈ ਮੇਰੇ ਸਾਹਾ। ਮੇਰੇ ਸਾਹਾ ਪਰਮਾਤਮਾ, ਸਾਰੇ ਜੀਵ ਤੈਨੂੰ ਧਿਆਉਂਦੇ ਨੇ, ਤੇਰੇ ਨਾਮ ਨੂੰ ਜਪਦੇ ਨੇ, ਸਾਰੇ ਦੇ ਸਾਰੇ ਆਪ ਜੀ ਦੇ ਨਾਮ ਦੀ ਮਹਿਮਾ ਨੂੰ ਗਾਉਂਦੇ ਹਨ, ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੇ ਆਪ ਜੀ ਨੂੰ ਜਪਦੇ ਹਨ। ਜੋ ਭਾਵੈ ਤਿਉ ਰੱਖ ਤੂੰ ਮੇਰੇ ਸਾਹਾ, ਜੋ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਸਚ ਨਾਨਕੇ ਪਾਤਸ਼ਾਹ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਚੌਥੇ ਰੂਪ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਮਹਾਰਾਜ ਸਾਹਿਬ ਜੀ। ਇੱਥੇ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਐ ਸੱਚੇ ਪਾਤਸ਼ਾਹ, ਤੂੰ ਸਾਰਿਆਂ ਦਾ ਮਾਲਕ ਹੈ, ਜਿਉ ਜਾਨੋ ਤਿਉ ਰੱਖ ਤੂੰ ਮੇਰੇ ਪਿਆਰੇ। ਜਿਵੇਂ ਤੂੰ ਜਾਣਦਾ ਹੈ ਉਵੇਂ ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਆਪਣੀ ਸ਼ਰਨ ਦੇ ਕੇ ਮੇਰੇ 'ਤੇ ਕਿਰਪਾ ਕਰ, ਕਿਉਂਕਿ ਤੂੰ ਹੀ ਹੈ ਸੱਚਾ ਔਰ ਤੂੰ ਹੀ ਹੈ ਪਾਤਸ਼ਾਹ, ਮਾਲਕ ਸਾਰਿਆਂ ਦਾ। ਇਸ ਕਰਕੇ ਤੇਰੇ ਬਿਨਾਂ ਰੱਖਿਆ ਨਹੀਂ ਹੋ ਸਕਦੀ। ਆਪ ਜੀ ਕਿਰਪਾ ਕਰੋ। ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ, ਕੀਤੇ ਗਣੋ ਅਸੰਖ ਅਵਗੁਣ ਮੇਰਿਆ। ਮੇਰੇ ਵਿੱਚ ਕਿੰਨੇ ਅਵਗੁਣ ਨੇ ਉਹ ਸਾਰੇ ਮੇਰੇ ਹੀ ਨੇ, ਤੇ ਰੱਖਿਆ ਕੇਵਲ ਤੂੰ ਕਰਨੀ ਹੈ, ਕਿਉਂਕਿ ਅਸੀਂ ਤੇਰੇ ਬਣੇ ਹਾਂ। ਜਿਉਂ ਜਾਨੋ ਤਿਉਂ ਰਾਖ, ਜਿਵੇਂ ਆਪ ਜੀ ਜਾਣਦੇ ਮੈਨੂੰ ਰੱਖ ਲਵੋ। ਕੀਤੇ ਗਣੋ ਅਸੰਖ ਅਵਗੁਣ ਮੇਰਿਆ, ਅਸੰਖ ਅਵਗੁਣ ਖਤੇ ਫੇਰੇ। ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ, ਤੋ ਪ੍ਰਸਾਦੀ ਭੂਲੀਐ। ਲੂ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵਜਲ ਫੇਰਿਆ। ਇਹ ਮੇਰੇ 'ਤੇ ਦਇਆ ਕਰ ਦਿਓ, ਮੈਨੂੰ ਭਵਜਲ ਸੰਸਾਰ ਸਮੁੰਦਰ ਤੋਂ ਕੱਢ ਲਓ ਮਹਾਰਾਜ ਕਿਰਪਾ ਕਰਕੇ। ਆਪ ਜੀ ਸੱਚੇ ਪਾਤਸ਼ਾਹ ਹੋ। ਇਹ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕੀਤਾ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸਾਹਾ। ਜਿਉ ਭਾਵੈ ਤਿਉ